वेलकम बेटा। सारे +1 ਦੇ ਬੱਚਿਆਂ ਨੂੰ ਜਿਨ੍ਹਾਂ ਨੇ ਪੋਲ ਸਾਇੰਸ ਲਿੱਤਾ ਹੈ ਉਹਨਾਂ ਦਾ ਵੈਲਕਮ ਹੈ। ਮੈਂ ਪੂਨਮ ਅਰੋੜਾ ਮੈਡਮ ਤੁਹਾਨੂੰ +1 ਦੇ ਵਿੱਚ ਪੋਲੀਟੀਕਲ ਸਾਇੰਸ ਦਾ ਵਿਸ਼ਾ ਪੜਾਵਾਂਗੀ। ਬੇਟੇ ਕਿਸੇ ਨੇ ਡਰਨਾ ਨਹੀਂ ਹੈ ਪੋਲੀਟੀਕਲ ਸਾਇੰਸ ਤੋਂ। ਇਹ ਕੋਈ ਸਾਇੰਸ ਨਾਲ ਰਿਲੇਟਡ ਵਿਸ਼ਾ ਨਹੀਂ ਹੈਗਾ। ਇਹ ਤੁਹਾਡਾ ਉਹ ਵਿਸ਼ਾ ਹੈ ਜਿਹੜਾ ਤੁਸੀਂ 10ਵੀਂ ਦੇ ਵਿੱਚ ਨਾਗਰਿਕ ਸ਼ਾਸਤਰ ਪੜ੍ਹਦੇ ਸੀਗੇ ਨਾ, ਸਮਾਜਿਕ ਵਿਗਿਆਨ ਵਿੱਚ। ਇਹਨੂੰ ਨਾਗਰਿਕ ਸ਼ਾਸਤਰ ਨੂੰ +1 ਦੇ ਵਿੱਚ ਪੋਲੀਟੀਕਲ ਸਾਇੰਸ ਕਿਹਾ ਜਾਂਦਾ ਹੈ। ਪੋਲੀਟੀਕਲ ਸਾਇੰਸ ਨੂੰ ਪੰਜਾਬੀ ਵਿੱਚ ਰਾਜਨੀਤੀ ਸ਼ਾਸਤਰ ਕਹਿੰਦੇ ਆ। ਰਾਜਨੀਤੀ ਸ਼ਾਸਤਰ ਦਾ ਅਰਥ ਹੈ ਉਹ ਵਿਸ਼ਾ ਜਿਸ ਦੇ ਵਿੱਚ ਸਾਨੂੰ ਆਪਣੇ ਦੇਸ਼ ਯਾਨੀ ਕਿ ਭਾਰਤ ਤੇ ਆਪਣੇ ਗੁਆਂਢੀ ਦੇਸ਼ਾਂ ਜਾਂ ਸੰਸਾਰ ਦੇ ਸਾਰੇ ਦੇਸ਼ਾਂ ਦੀ, ਅਮਰੀਕਾ, ਚੀਨ, ਰੂਸ, ਇੰਗਲੈਂਡ, ਸਾਰੇ ਦੇਸ਼ਾਂ ਦੀ ਰਾਜਨੀਤੀ ਬਾਰੇ ਜਾਣਕਾਰੀ ਮਿਲਦੀ ਹੈ। ਇਹ ਉਹ ਵਿਸ਼ਾ ਹੈ ਜਿਹੜਾ ਤੁਹਾਨੂੰ ਤੁਹਾਡੇ ਦੇਸ਼ ਦੀ ਅਤੇ ਦੂਜੇ ਦੇਸ਼ਾਂ ਦੀ ਰਾਜਨੀਤੀ ਬਾਰੇ ਦੱਸੇਗਾ। ਇਸ ਲਈ ਇਹ ਇੱਕ ਬਹੁਤ ਵਧੀਆ ਵਿਸ਼ਾ ਹੈ ਜਿਸ ਦੇ ਨਾਲ ਤੁਹਾਡੀ ਜਿਹੜੀ ਹੈਗੀ ਹੈ ਜਾਣਕਾਰੀ ਵਿੱਚ ਵਾਧਾ ਹੋਏਗਾ। ਸਾਇੰਸ ਨਾਲ ਇਹਦਾ ਕੋਈ ਬੇਟੇ ਰਿਲੇਸ਼ਨ ਨਹੀਂ ਹੈਗਾ। ਮੈਂ ਤੁਹਾਡੇ ਗਰੁੱਪ ਦੇ ਵਿੱਚ ਪੋਲੀਟੀਕਲ ਸਾਇੰਸ ਦਾ ਸਿਲੇਬਸ ਪਾਇਆ ਸੀਗਾ। ਪੋਲੀਟੀਕਲ ਸਾਇੰਸ ਦਾ ਜਿਹੜਾ ਅਪ੍ਰੈਲ ਅਤੇ ਮਈ ਦਾ ਸਿਲੇਬਸ ਹੈ ਉਹਦੇ ਵਿੱਚ ਤੁਹਾਡੇ 3 ਲੈਸਨ ਆਨੇ ਆ ਪੁੱਤਰ। ਉਹਦੇ ਵਿੱਚ ਹੈਗਾ ਪਹਿਲਾ ਲੈਸਨ ਹੈਗਾ ਰਾਜਨੀਤਿਕ ਵਿਗਿਆਨ ਦਾ ਅਰਥ, ਖੇਤਰ ਅਤੇ ਮਹੱਤਤਾ। दूसरा ਲੈਸਨ ਹੈਗਾ ਜੀ ਰਾਜਨੀਤਿਕ ਵਿਗਿਆਨ ਦਾ ਹੋਰ ਸਮਾਜਿਕ ਵਿਗਿਆਨਾਂ ਨਾਲ ਸੰਬੰਧ। ਤੀਸਰਾ ਹੈਗਾ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ। ਇਹ ਤੁਹਾਡੇ ਗਰੁੱਪ ਦੇ ਵਿੱਚ ਮੈਂ ਪਾਇਆ ਹੋਇਆ ਹੈ, ਜਿੰਦੇ ਵਿੱਚੋਂ ਅੱਜ ਆਪਾਂ ਫਸਟ ਲੈਸਨ ਸਟਾਰਟ ਕਰਾਂਗੇ ਰਾਜਨੀਤਿਕ ਵਿਗਿਆਨ ਦਾ ਅਰਥ, ਖੇਤਰ ਅਤੇ ਮਹੱਤਤਾ। ਇਹ ਲੈਸਨ ਦਾ ਨਾਮ ਹੈਗਾ। ਇਸ ਲੈਸਨ ਦੇ ਕੁਐਸਚਨ ਆਨਸਰ ਮੈਂ ਤੁਹਾਨੂੰ ਤੁਹਾਡੀ ਗਰੁੱਪ ਵਿੱਚ ਪਾ ਦਿੱਤੇ ਗਏ ਹਨ, ਲੇਕਿਨ ਜੇ ਤੁਹਾਨੂੰ ਸਮਝ ਨਹੀਂ ਆਉਣਗੇ ਇਸ ਲਈ ਮੈਂ ਤੁਹਾਨੂੰ ਇਹ ਵੀਡੀਓ ਬਣਾਈ ਹੈ ਕਿ +1 ਜਮਾਤ ਹੈ, ਪੋਲੀਟੀਕਲ ਸਾਇੰਸ ਦਾ ਵਿਸ਼ਾ ਹੈ ਜਿਸ ਨੂੰ ਪੰਜਾਬੀ ਵਿੱਚ ਰਾਜਨੀਤੀ ਸ਼ਾਸਤਰ ਕਹਿੰਦੇ ਹਨ। ਲੈਸਨ ਨੰਬਰ 1 ਹੈ ਰਾਜਨੀਤਿਕ ਸ਼ਾਸਤਰ ਦਾ ਅਰਥ, ਪਰਿਭਾਸ਼ਾ, ਖੇਤਰ ਅਤੇ ਮਹੱਤਤਾ। ਰਾਜਨੀਤਿਕ ਸ਼ਾਸਤਰ ਨੂੰ ਅੰਗਰੇਜ਼ੀ ਵਿੱਚ ਅਸੀਂ ਪੋਲੀਟੀਕਲ ਸਾਇੰਸ ਕਹਿੰਦੇ ਹਾਂ। ਪੋਲੀਟੀਕਲ ਸਾਇੰਸ ਸ਼ਬਦ ਕਿੱਥੋਂ ਲਿੱਤਾ ਗਿਆ ਸੀਗਾ? ਅੰਗਰੇਜ਼ੀ ਭਾਸ਼ਾ ਦੇ ਸ਼ਬਦ ਪੋਲਿਟਿਕਸ ਤੋਂ ਲਿੱਤਾ ਗਿਆ, ਜਿਸ ਨੂੰ ਆਪਾਂ ਰਾਜਨੀਤੀ ਆਖਦੇ ਹਾਂ। ਪੋਲਿਟਿਕਸ ਤੋਂ ਲਿੱਤਾ ਗਿਆ। ਤੇ ਪੋਲਿਟਿਕਸ ਸ਼ਬਦ ਕਿੱਥੋਂ ਲਿੱਤਾ ਗਿਆ? ਪੁਰਾਣੇ ਜ਼ਮਾਨੇ ਵਿੱਚ ਯੂਨਾਨੀ ਭਾਸ਼ਾ ਹੁੰਦੀ ਸੀ, ਅੰਗਰੇਜ਼ੀ ਜਿਹੜੇ ਯੂਨਾਨੀ ਲੋਕ ਹੁੰਦੇ ਸੀ ਉਹਨਾਂ ਦੇ ਸ਼ਬਦ ਪੋਲਿਸ ਤੋਂ ਲਿਆ ਗਿਆ ਸੀਗਾ। ਪੋਲਿਸ ਤੋਂ ਬਣਿਆ ਹੈ ਜਿਸ ਦਾ ਅਰਥ ਸੀ ਨਗਰ ਰਾਜ। ਯਾਨੀ ਕਿ ਪੁਰਾਣੇ ਜ਼ਮਾਨੇ ਵਿੱਚ ਪੋਲੀਟੀਕਲ ਸਾਇੰਸ ਨੂੰ ਜਾਂ ਰਾਜਨੀਤਿਕ ਸ਼ਾਸਤਰ ਨੂੰ ਕਿਹਾ ਜਾਂਦਾ ਸੀ ਜਿਹੜਾ ਕਿ ਨਗਰਾਂ ਦੀ ਤੇ ਰਾਜਾਂ ਦੀ ਜਾਣਕਾਰੀ ਦਿੰਦਾ ਹੈ। ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਨਾ ਕੋਈ ਸਰਕਾਰ ਹੁੰਦੀ ਸੀ, ਨਾ ਕੋਈ ਦੇਸ਼ ਹੁੰਦੇ ਸੀ, ਉਦੋਂ ਨਗਰ ਹੁੰਦੇ ਸੀ। ਜਿਵੇਂ ਸਿੰਧੂ ਘਾਟੀ ਦੇ ਵਿੱਚ ਨਗਰ ਹੁੰਦੇ ਸੀ, ਮੋਹਨ ਜੋਦੜੋ, ਹੜੱਪਾ ਵਗੈਰਾ, ਇਸ ਤਰ੍ਹਾਂ ਪੁਰਾਣੇ ਜ਼ਮਾਨੇ ਵਿੱਚ ਨਗਰ ਹੁੰਦੇ ਸੀ। ਨਗਰਾਂ ਦੀ ਜਾਣਕਾਰੀ ਨੂੰ ਰਾਜਨੀਤਿਕ ਵਿਗਿਆਨ ਕਿਹਾ ਜਾਂਦਾ ਸੀ। ਲੇਕਿਨ ਹੁਣ ਜਦੋਂ ਅਸੀਂ 21ਵੀਂ ਸਦੀ ਦੇ ਵਿੱਚ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਹਰ ਦੇਸ਼ ਨੂੰ ਚਲਾਉਣ ਵਾਸਤੇ ਇੱਕ ਸਰਕਾਰ ਹੈ। ਇਸ ਲਈ ਅੱਜ ਕੱਲ੍ਹ ਰਾਜਨੀਤੀ ਨੂੰ ਕਿਹਾ ਜਾਂਦਾ ਹੈ ਕਿ ਜੋ ਕਿ ਕਿਸੇ ਦੇਸ਼ ਦੀ ਸਰਕਾਰ ਉਸ ਦੇ ਕੰਮਾਂ ਅਤੇ ਉਸ ਦੇ ਬਾਰੇ ਜਾਣਕਾਰੀ ਦਿੰਦੀ ਹੈ, ਉਸ ਨੂੰ ਰਾਜਨੀਤਿਕ ਸ਼ਾਸਤਰ ਕਹਿੰਦੇ ਹਨ। ਪਰ ਇਸ ਦੀ ਉਤਪਤੀ ਹੋਈ ਸੀ ਯੂਨਾਨੀ ਭਾਸ਼ਾ ਦੇ ਸ਼ਬਦ ਪੋਲਿਸ ਤੋਂ, ਜਿਸ ਦਾ ਅਰਥ ਹੈਗਾ ਨਗਰ ਰਾਜ, ਕਿ ਜੋ ਨਗਰਾਂ ਦੇ ਬਾਰੇ ਵਿੱਚ ਜਾਣਕਾਰੀ ਦਿੰਦਾ ਸੀ। ਪਤਾ ਲੱਗਾ ਜੀ ਰਾਜਨੀਤਿਕ ਸ਼ਾਸਤਰ ਦਾ ਕੀ ਅਰਥ ਹੈਗਾ? ਇਹ ਤੁਹਾਨੂੰ ਜਿਹੜਾ ਮੈਂ ਕੁਐਸਚਨ ਭੇਜੇ ਹੋਏ ਆ ਬੇਟੇ ਉਹਦੇ ਵਿੱਚ ਸ਼ੀਟ ਨੰਬਰ 3 ਦੇ ਵਿੱਚ ਆ ਦੇਖੋ ਪਹਿਲਾ ਕੁਐਸਚਨ ਹੈ। 3 ਨੰਬਰ ਸ਼ੀਟ ਦੇ ਵਿੱਚ ਹੈ ਰਾਜਨੀਤਿਕ ਸ਼ਾਸਤਰ ਦਾ ਅਰਥ ਦੱਸੋ। ਇਹ ਵਾਲਾ ਦੱਸਿਆ ਕਿ ਰਾਜਨੀਤਿਕ ਸ਼ਾਸਤਰ ਨੂੰ ਇੰਗਲਿਸ਼ ਵਿੱਚ ਪੋਲੀਟੀਕਲ ਸਾਇੰਸ ਕਹਿੰਦੇ ਆ, ਜਿਸ ਦਾ ਜਿਹੜਾ ਓਰੀਜਨ ਸੀਗਾ ਉਹ ਪੋਲਿਸ਼ ਸ਼ਬਦ ਤੋਂ ਹੋਇਆ, ਜਿਸ ਦਾ ਅਰਥ ਹੈ ਨਗਰ ਰਾਜ। ਉਦੋਂ ਪੁਰਾਣੇ ਜ਼ਮਾਨੇ ਵਿੱਚ ਰਾਜ ਛੋਟੇ ਛੋਟੇ ਰਾਜਾਂ ਵਿੱਚ ਦੇਸ਼ ਵੰਡਿਆ ਹੁੰਦਾ ਸੀ, ਉਹਨਾਂ ਦੀ ਰਾਜਨੀਤੀ ਨੂੰ ਅਸੀਂ ਪੋਲੀਟੀਕਲ ਸਾਇੰਸ ਕਹਿੰਦੇ ਸੀ। ਠੀਕ ਹੈ ਜੀ। ਪਰ ਰਾਜਨੀਤਿਕ ਸ਼ਾਸਤਰ ਦਾ ਅੱਜ ਕੱਲ੍ਹ ਕੀ ਅਰਥ ਹੈ? ਅੱਜ ਕੱਲ੍ਹ ਰਾਜਨੀਤਿਕ ਸ਼ਾਸਤਰ ਦਾ ਅਰਥ ਜਿਹੜਾ ਹੈ ਉਹ ਬਦਲ ਗਿਆ ਹੈ। ਇਹੋ 3 ਨੰਬਰ ਪੇਜ ਤੇ ਦਿੱਤਾ ਗਿਆ ਕਿ ਅੱਜ ਕੱਲ੍ਹ ਰਾਜਨੀਤਿਕ ਸ਼ਾਸਤਰ ਦੇ ਵਿੱਚ ਅਸੀਂ ਰਾਜਨੀਤੀ ਦੇ ਨਾਲ ਸੰਬੰਧਿਤ ਸਾਰੀਆਂ ਗੱਲਾਂ ਦਾ ਜਾਣਕਾਰੀ ਪ੍ਰਾਪਤ ਕਰਦੇ ਹਾਂ। ਰਾਜ ਕੀ, ਸਰਕਾਰ ਕੀ ਹੈ, ਸਰਕਾਰ ਨੂੰ ਚਲਾਉਣ ਵਾਲੀਆਂ ਕਿਹੜੀਆਂ ਸ਼ਕਤੀਆਂ ਹਨ, ਰਾਜ ਦੇ ਕੀ ਕੰਮ ਹਨ, ਲੋਕਾਂ ਦੇ ਕੀ ਕੰਮ ਹਨ, ਲੋਕਾਂ ਦੇ ਕੀ ਅਧਿਕਾਰ ਹੈ, ਕੀ ਕਰਤੱਵਯ ਹੈ, ਕੀ ਸਰਕਾਰ ਸਾਡੇ ਲਈ ਕੰਮ ਕਰਦੀ ਹੈ, ਕੀ ਅਸੀਂ ਸਰਕਾਰ ਨੂੰ ਮਜ਼ਬੂਤ ਬਣਾਉਣ ਲਈ ਕੀ ਕਰ ਸਕਦੇ ਹਾਂ, ਸਰਕਾਰ ਦੀਆਂ ਕੀ ਸਮੱਸਿਆਵਾਂ ਹੈ, ਉਸ ਦੇ ਬਾਰੇ 'ਚ ਅਸੀਂ ਅੱਜ ਕੱਲ੍ਹ ਪੜ੍ਹਦੇ ਹਾਂ। ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਪਹਿਲੇ ਪੇਜ ਦੇ ਆ ਛੋਟੇ ਛੋਟੇ 10 ਕੁਐਸਚਨ ਦੱਸ ਦਿੰਦੀ ਹਾਂ ਕਿ ਰਾਜਨੀਤਿਕ ਸ਼ਾਸਤਰ ਦਾ ਪਿਤਾਮਾ ਕਿਸ ਨੂੰ ਆਖਿਆ ਜਾਂਦਾ। ਸਭ ਤੋਂ ਪਹਿਲਾ ਬੰਦਾ ਜਿਸ ਨੇ ਰਾਜਨੀਤਿਕ ਸ਼ਾਸਤਰ ਨੂੰ ਦੱਸਿਆ ਸੀ ਉਹ ਕਿਸ ਨੂੰ ਆਖਦੇ ਹਨ? ਅਰਸਤੂ ਨੂੰ।
ਠੀਕ ਹੈ ਜੀ। ਦੂਸਰਾ ਕੁਐਸਚਨ ਹੈ ਜੀ ਰਾਜਨੀਤਿਕ ਸ਼ਾਸਤਰ ਦੀ ਉਤਪਤੀ ਕਿਸ ਭਾਸ਼ਾ ਤੋਂ ਸ਼ਬਦ ਤੋਂ ਹੋਈ ਸੀ? ਪੋਲਿਸ਼ ਸ਼ਬਦ ਤੋਂ ਹੋਈ ਸੀ। ਹੁਣ ਤੁਹਾਨੂੰ ਸਮਝ ਆ ਗਈ ਹੋਣੀ ਬੇਟੇ, ਪੋਲਿਸ਼ ਸ਼ਬਦ ਦਾ ਕੀ ਅਰਥ ਹੈ? ਨਗਰ ਰਾਜ। ਇਹ ਕਿਸ ਦਾ ਵਿਚਾਰ ਸੀਗਾ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ? ਇਹ ਅਰਸਤੂ ਦਾ ਵਿਚਾਰ ਸੀਗਾ। ਫਿਰ ਆ ਗਿਆ ਜੀ ਰਾਜਨੀਤਿਕ ਸ਼ਾਸਤਰ ਦਾ ਵਿਸ਼ਾ ਵਸਤੂ ਵਿੱਚ ਸ਼ਾਮਿਲ ਕੋਈ ਇੱਕ ਵਿਸ਼ਾ ਦੱਸੋ ਕਿ ਰਾਜਨੀਤਿਕ ਸ਼ਾਸਤਰ ਕਿਸੇ ਵੀ ਰਾਜ ਦਾ ਅਧਿਐਨ ਕਰਦਾ ਹੈ। ਅਰਸਤੂ ਨੇ ਸਭ ਤੋਂ ਪਹਿਲੀ ਪੁਸਤਕ ਕਿਹੜੀ ਲਿਖੀ ਸੀ? ਅਰਸਤੂ ਨੇ ਸਭ ਤੋਂ ਪਹਿਲੀ ਪੁਸਤਕ ਲਿਖੀ ਸੀ ਪੋਲਿਟਿਕਸ, ਜਾਂ ਉਹਨੂੰ ਇੰਗਲਿਸ਼ ਵਿੱਚ ਪੋਲਿਟਿਕਸ ਕਹਿੰਦੇ ਜਾਂ ਪੰਜਾਬੀ ਵਿੱਚ ਪੋਲਿਟਿਕਸ ਲਿਖੀ ਸੀ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਜੀ। ਉਸ ਤੋਂ ਬਾਅਦ ਇੱਕ ਹੋਰ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਰਾਜਨੀਤਿਕ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਨਾਲ ਹੁੰਦਾ ਹੈ। ਕਿਸ ਨੇ ਕਿਹਾ ਸੀ? ਕਿਸ ਬੰਦੇ ਨੇ ਇਹ ਗੱਲ ਕਹੀ ਸੀ ਵਿਗਿਆਨੀ ਨੇ ਕਿ ਰਾਜਨੀਤੀ ਸਰਕਾਰ ਤੋਂ ਹੀ ਸ਼ੁਰੂ ਹੁੰਦੀ ਤੇ ਸਰਕਾਰ ਤੇ ਖਤਮ ਹੁੰਦੀ? ਇਹ ਗਾਰਨਰ ਨੇ ਕਹੀ ਸੀ, ਪ੍ਰੋਫੈਸਰ ਗਾਰਨਰ ਨੇ। ਹੁਣ ਆ ਗਏ ਜੀ ਟਿਕ ਮਾਰਕ ਕਰਨ ਵਾਲੇ ਕੁਐਸਚਨ। ਪਰੰਪਰਾਵਾਦੀ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤਿਕ ਸ਼ਾਸਤਰ ਦਾ ਅਧਿਐਨ ਖੇਤਰ ਕੀ ਹੈ? ਪਰੰਪਰਾਵਾਦੀ ਦਾ ਪੁੱਤਰ ਮਤਲਬ ਹੁੰਦਾ ਹੈ ਕਿ ਪੁਰਾਣੇ ਵਿਚਾਰ, ਪੁਰਾਣਾ ਵਿਚਾਰ। ਪਰੰਪਰਾਵਾਦੀ ਦਾ ਮਤਲਬ ਹੁੰਦਾ ਪੁਰਾਣਾ ਵਿਚਾਰ, ਕਿ ਪੁਰਾਣੇ ਜ਼ਮਾਨੇ ਵਿੱਚ ਰਾਜਨੀਤਿਕ ਸ਼ਾਸਤਰ ਦਾ ਕੀ ਮਤਲਬ ਹੁੰਦਾ ਸੀ? ਪੁਰਾਣੇ ਜ਼ਮਾਨੇ ਵਿੱਚ ਰਾਜਨੀਤਿਕ ਸ਼ਾਸਤਰ ਦਾ ਮਤਲਬ ਹੁੰਦਾ ਸੀ ਰਾਜ ਦਾ ਅਧਿਐਨ ਕਰਨਾ, ਸਰਕਾਰ ਦਾ ਅਧਿਐਨ ਕਰਨਾ ਤੇ ਮਨੁੱਖ ਦਾ ਅਧਿਐਨ ਕਰਨਾ। ਯਾਨੀ ਕਿ ਸਾਰੇ ਹੀ ਆਪਸ਼ਨ ਜਿਹੜੇ ਆ ਉਹ ਰਾਜਨੀਤਿਕ ਸ਼ਾਸਤਰ ਦੇ ਨਾਲ ਸੰਬੰਧਿਤ ਹੈ। ਇਹਦਾ ਉੱਤਰ ਆਏਗਾ ਉਪਰੋਕਤ ਸਾਰੇ। ਆਧੁਨਿਕ ਦ੍ਰਿਸ਼ਟੀਕੋਣ ਦੇ ਵਿੱਚ ਰਾਜਨੀਤਿਕ ਵਿਗਿਆਨ ਦਾ ਕੇਂਦਰ ਬਿੰਦੂ ਕੀ ਹੈ? ਅੱਜ ਕੱਲ੍ਹ ਅਸੀਂ ਕਿਸ ਚੀਜ਼ ਦੀ ਜ਼ਿਆਦਾ ਜਾਣਕਾਰੀ ਕਰਦੇ ਹਾਂ ਰਾਜਨੀਤਿਕ ਸ਼ਾਸਤਰ ਦੀ? ਰਾਜਨੀਤਿਕ ਪ੍ਰਣਾਲੀ ਬਾਰੇ, ਕਿ ਸਾਡੀ ਸਰਕਾਰ ਕੀ ਹੈ ਔਰ ਕਿਵੇਂ ਚੱਲਦੀ ਹੈ। ਰਾਜਨੀਤਿਕ ਸ਼ਾਸਤਰ ਦਾ ਆਰੰਭ ਯੂਨਾਨ ਕਾਲ ਵਿੱਚ ਹੋਇਆ ਸੀ। ਸਹੀ ਕਿ ਗਲਤ? ਇਹ ਸਹੀ ਹੈ ਕਿ ਯੂਨਾਨ ਕਾਲ ਵਿੱਚ ਹੀ ਸਭ ਤੋਂ ਪਹਿਲੇ ਰਾਜਨੀਤੀ ਬਾਰੇ ਸ਼ੁਰੂ ਕੀਤਾ ਗਿਆ ਸੀ। ਫਿਰ ਆ ਗਿਆ ਜੀ ਤੁਹਾਨੂੰ ਕਿਹਾ ਇਹ ਕੁਐਸਚਨ ਹੈ ਕਿ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ? ਮਨੁੱਖ ਨੂੰ ਸਮਾਜਿਕ ਪ੍ਰਾਣੀ ਇਸ ਲਈ ਕਿਹਾ ਜਾਂਦਾ ਹੈ ਕਿ ਕਿਉਂਕਿ ਮਨੁੱਖ ਕੋਈ ਵੀ ਇਕੱਲਾ ਕਿਤੇ ਵੀ ਨਹੀਂ ਰਹਿ ਸਕਦਾ। ਆਪਾਂ ਕਿਤੇ ਇਕੱਲੇ ਜੰਗਲ ਵਿੱਚ ਰਹਿ ਸਕਦੇ ਹਾਂ ਜਿੱਥੇ ਕੋਈ ਆਸ-ਪਾਸ ਨਾ ਹੋਵੇ? ਨਹੀਂ ਰਹਿ ਸਕਦੇ ਨਾ। ਆਪਾਂ ਚਾਰ ਲੋਕਾਂ ਵਿੱਚ, ਇੱਕ ਮੁਹੱਲੇ ਵਿੱਚ, ਇੱਕ ਗਲੀ ਵਿੱਚ, ਇੱਕ ਸ਼ਹਿਰ ਵਿੱਚ ਹੀ ਰਹਿ ਸਕਦੇ ਹਾਂ ਜਿਹਦੇ ਵਿੱਚ ਆਪਣੇ ਆਸ-ਪਾਸ ਲੋਕ ਹੋਣ, ਜਿੱਥੋਂ ਅਸੀਂ ਖਾਣ ਵਾਸਤੇ ਕਿਸੇ ਕੋਲੋਂ ਚੀਜ਼ ਲਈਏ, ਪਾਉਣ ਵਾਸਤੇ ਕਿਤੋਂ ਕੱਪੜਾ ਲਈਏ, ਕਿਸੇ ਦੇ ਦੁੱਖ ਸੁੱਖ ਸ਼ਾਮਿਲ ਹੋਈਏ। ਇਸ ਲਈ ਕੋਈ ਵੀ ਮਨੁੱਖ ਜਿਹੜਾ ਹੈ ਉਹ ਇਕੱਲਾ ਨਹੀਂ ਰਹਿ ਸਕਦਾ। ਉਸ ਨੂੰ ਆਪਣੀ ਲੋੜਾਂ ਪੂਰੀਆਂ ਕਰਨ ਲਈ ਦੂਸਰੇ ਲੋਕਾਂ ਦੀ ਲੋੜ ਹੁੰਦੀ ਹੈ, ਇਸ ਲਈ ਉਸ ਨੂੰ ਸਮਾਜਿਕ ਪ੍ਰਾਣੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆ ਗਿਆ ਜੀ ਪਰੰਪਰਾਵਾਦੀ ਦ੍ਰਿਸ਼ਟੀਕੋਣ ਦੇ ਅਨੁਸਾਰ ਰਾਜਨੀਤਿਕ ਸ਼ਾਸਤਰ ਦਾ ਕੀ ਅਰਥ ਹੈ? ਪਰੰਪਰਾਵਾਦੀ ਦ੍ਰਿਸ਼ਟੀਕੋਣ, ਪੁਰਾਣਾ ਦ੍ਰਿਸ਼ਟੀਕੋਣ ਕੀ ਕਹਿੰਦਾ ਸੀ? ਪਰੰਪਰਾਵਾਦੀ ਤੋਂ ਡਰਨਾ ਨਹੀਂ। ਪਰੰਪਰਾਵਾਦੀ ਮੀਨ ਪੁਰਾਣੇ ਜ਼ਮਾਨੇ ਵਿੱਚ ਕੀ ਕਹਿੰਦੇ ਸੀ? ਪੁਰਾਣੇ ਜ਼ਮਾਨੇ ਵਿੱਚ ਇਹ ਕਹਿੰਦੇ ਸੀ ਕਿ ਰਾਜਨੀਤਿਕ ਸ਼ਾਸਤਰ ਦਾ ਅਰਥ ਹੈ ਸਿਰਫ ਰਾਜ ਅਤੇ ਸਰਕਾਰ ਦਾ ਅਧਿਐਨ ਕਰਨਾ। ਤੇ ਰਾਜਨੀਤਿਕ ਸ਼ਾਸਤਰ ਸੰਬੰਧੀ ਆਧੁਨਿਕ ਦ੍ਰਿਸ਼ਟੀਕੋਣ ਕੀ ਹੈ? ਆਧੁਨਿਕ ਤੋਂ ਵੀ ਨਹੀਂ ਡਰਨਾ ਹੈ। ਆਧੁਨਿਕ ਦਾ ਮਤਲਬ ਹੈ ਅੱਜ ਦਾ ਵਿਚਾਰ। ਅੱਜ ਕੱਲ ਕੀ ਕਿਹਾ ਜਾਂਦਾ ਹੈ? ਅੱਜ ਕੱਲ ਕਿਹਾ ਜਾਂਦਾ ਹੈ ਕਿ ਰਾਜਨੀਤਿਕ ਸ਼ਾਸਤਰ ਦਾ ਅਰਥ ਹੈਗਾ ਕਿ ਰਾਜਨੀਤੀ ਨਾਲ ਸੰਬੰਧਿਤ ਸਾਰੀਆਂ ਗੱਲਾਂ ਦਾ ਅਧਿਐਨ ਕਰਨਾ। ਕਿੰਦੇ ਕੋਲ ਸੱਤਾ ਹੈਗੀ ਹੈ, ਕਿੰਦੇ ਕੋਲ ਪ੍ਰਭਾਵ ਹੈਗਾ, ਕਿੰਦੇ ਕੋਲ ਸ਼ਕਤੀ ਹੈਗੀ, ਉਹ ਕਿਵੇਂ ਕੰਮ ਕਰਦਾ, ਉਹ ਸਾਰੀਆਂ ਗੱਲਾਂ ਦਾ ਜਿਹੜਾ ਹੈ ਅਧਿਐਨ ਅੱਜ ਕੱਲ ਅਸੀਂ ਰਾਜਨੀਤਿਕ ਸ਼ਾਸਤਰ ਵਿੱਚ ਕਰਦੇ ਹਾਂ। ਉਸ ਤੋਂ ਬਾਅਦ ਆ ਗਿਆ ਕਿ ਰਾਜਨੀਤਿਕ ਸ਼ਾਸਤਰ ਦਾ ਅਧਿਐਨ ਵਿਦਿਆਰਥੀਆਂ ਲਈ ਕਿਵੇਂ ਉਪਯੋਗੀ? ਤੁਹਾਨੂੰ ਕਿਉਂ ਰਾਜਨੀਤਿਕ ਸ਼ਾਸਤਰ ਦਾ ਵਿਸ਼ਾ ਪੜ੍ਹਾਇਆ ਜਾਂਦਾ ਹੈ? ਤੁਹਾਡੇ ਲਈ ਰਾਜਨੀਤਿਕ ਸ਼ਾਸਤਰ ਦਾ ਵਿਸ਼ਾ ਪੜ੍ਹਨਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਜੇ ਆਪਣਾ ਰਾਜਨੀਤਿਕ ਸ਼ਾਸਤਰ ਪੜ੍ਹੋਗੇ ਤਾਂ ਤੁਹਾਨੂੰ ਆਪਣੇ ਦੇਸ਼ ਦੀਆਂ ਸਰਕਾਰ ਬਾਰੇ ਪਤਾ ਲੱਗੇਗਾ ਕਿ ਆਪਣਾ ਦੇਸ਼ ਕੌਣ ਚਲਾ ਰਿਹਾ, ਦੇਸ਼ ਦੀਆਂ ਕੀ ਸਮੱਸਿਆਵਾਂ ਹਨ ਅਤੇ ਉਹਨਾਂ ਨੂੰ ਅਸੀਂ ਕਿਵੇਂ ਹੱਲ ਕਰ ਸਕਦੇ ਹਾਂ ਤੇ ਤੁਸੀਂ ਕਿਵੇਂ ਚੰਗੇ ਨਾਗਰਿਕ ਬਣ ਸਕਦੇ ਹੋ, ਆਪਣੇ ਦੇਸ਼ ਨੂੰ ਕਿਵੇਂ ਮਜ਼ਬੂਤ ਬਣਾ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਰਾਜਨੀਤਿਕ ਸ਼ਾਸਤਰ ਤੋਂ ਪਤਾ ਲੱਗਦੀਆਂ। ਇਸ ਲਈ ਤੁਹਾਨੂੰ ਰਾਜਨੀਤਿਕ ਸ਼ਾਸਤਰ ਦਾ ਵਿਸ਼ਾ ਪੜ੍ਹਾਉਣਾ ਵਿਦਿਆਰਥੀਆਂ ਨੂੰ ਬਹੁਤ ਜ਼ਰੂਰੀ ਹੋ ਜਾਂਦਾ ਹੈ। ਰਾਜਨੀਤਿਕ ਸ਼ਾਸਤਰ ਦਾ ਅਧਿਐਨ ਨਾਗਰਿਕਾਂ ਵਿੱਚ ਰਾਜਨੀਤਿਕ ਸੂਝ-ਬੂਝ ਕਿਵੇਂ ਪੈਦਾ ਕਰਦਾ ਹੈ? ਤੁਸੀਂ ਬੱਚੇ ਹੁੰਦੇ ਹੋ, ਤੁਹਾਨੂੰ ਨਹੀਂ ਪਤਾ ਰਾਜਨੀਤਿਕ ਕੀ ਹੈ, ਸਰਕਾਰ ਕੀ ਹੈ, ਪ੍ਰਧਾਨ ਮੰਤਰੀ ਕੌਣ ਹੈ, ਰਾਸ਼ਟਰਪਤੀ ਕੌਣ ਹੈ। ਲੇਕਿਨ ਜਦੋਂ ਤੁਸੀਂ ਨਾਗਰਿਕ ਸ਼ਾਸਤਰ ਦਾ ਵਿਸ਼ਾ ਪੜ੍ਹਦੇ ਹੋ, ਤੁਸੀਂ ਰਾਜਨੀਤਿਕ ਸ਼ਾਸਤਰ ਦਾ ਵਿਸ਼ਾ ਪੜ੍ਹਦੇ ਹੋ, +2 ਤੱਕ ਜਾਂਦੇ 10ਵੀਂ ਤੱਕ ਜਾਂਦੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਦੇਸ਼ ਨੂੰ ਚਲਾਉਣ ਵਾਸਤੇ ਇੱਕ ਚੰਗੀ ਸਰਕਾਰ ਦਾ ਹੋਣਾ ਜ਼ਰੂਰੀ ਹੈ, ਜੋ ਕਿ ਸਾਨੂੰ ਰੋਟੀ, ਕੱਪੜਾ ਔਰ ਮਕਾਨ ਦੀਆਂ ਸੁਵਿਧਾਵਾਂ ਦੇਗੀ, ਜੋ ਸਾਡੇ ਜੀਵਨ ਨੂੰ ਸੁਧਾਰ ਕਰੇਗੀ। ਇਸ ਲਈ ਰਾਜਨੀਤਿਕ ਸ਼ਾਸਤਰ ਦਾ ਨਾਗਰਿਕਾਂ ਵਿੱਚ ਸੂਝ-ਬੂਝ ਪੈਦਾ ਕਰਦਾ ਹੈ ਕਿ ਕਿਹੜੇ ਬੰਦੇ ਨੂੰ ਵੋਟ ਦੇ ਕੇ ਅਸੀਂ ਜਿਤਾਉਣਾ ਹੈ, ਕਿਹੜੀ ਸਰਕਾਰ ਸਾਡਾ ਫਾਇਦਾ ਕਰ ਸਕਦੀ ਹੈ ਤੇ ਕਿਹੜੀ ਸਰਕਾਰ ਸਾਡੇ ਲਈ ਜ਼ਰੂਰੀ ਹੈ, ਦੇਸ਼ ਲਈ ਜ਼ਰੂਰੀ ਹੈ। ਇਸ ਕਰਕੇ ਰਾਜਨੀਤਿਕ ਸ਼ਾਸਤਰ ਜਿਹੜਾ ਲੋਕਾਂ ਵਿੱਚ ਰਾਜਨੀਤਿਕ ਸੂਝ-ਬੂਝ ਪੈਦਾ ਕਰਦਾ ਹੈ। ਉਸ ਤੋਂ ਬਾਅਦ ਆ ਗਿਆ ਕਿ ਰਾਜਨੀਤਿਕ ਸ਼ਾਸਤਰ ਦੇ 4 ਪਰੰਪਰਾਵਾਦੀ ਵਿਦਵਾਨਾਂ ਦੇ ਨਾਮ ਦੱਸੋ ਕਿ ਪੁਰਾਣੇ ਵਿਦਵਾਨ ਕਿਹੜੇ ਸੀ, ਜਿਹੜੇ ਪੁਰਾਣੇ ਜ਼ਮਾਨੇ ਵਿੱਚ ਹੁੰਦੇ ਸੀ। ਉਹਦੇ 'ਚ ਹੈ ਜੀ ਗਾਰਨਰ, ਵਿਲੋਬੀ, ਬਲੰਸ਼ੀ ਤੇ ਗੈਟਲ। ਇਹ ਤਾਂ ਪੁੱਤਰ ਤੁਸੀਂ ਰਟਣੇ ਹੀ ਹੈ ਨਾਮ। ਆਧੁਨਿਕ 4 ਵਿਦਵਾਨਾਂ ਦੇ ਨਾਮ ਦੱਸੋ। ਇਹ 1-1 ਨੰਬਰ ਦੇ ਕੁਐਸਚਨ ਵਿੱਚ ਆਏਗਾ। ਉਹਦੇ ਵਿੱਚ ਆਏਗਾ ਕਿ ਡੇਵਿਡ ਈਸਟਨ ਤੇ ਆਲਮੰਡ, ਰਾਬਰਟ ਏ ਡਾਹਲ। ਇਹ ਜਿਹੜੇ ਹੈਗੇ ਅੱਜ ਕੱਲ ਵੀ, ਹੁਣ ਵੀ ਜਿਹੜੇ ਆ ਪ੍ਰੈਜ਼ੈਂਟ ਵੀ ਰਾਜਨੀਤਿਕ ਸ਼ਾਸਤਰ ਬਾਰੇ ਕਿਤਾਬਾਂ ਲਿਖਦੇ ਹਨ।
ਰਾਜਨੀਤਿਕ ਸ਼ਾਸਤਰ ਦਾ ਅਧਿਐਨ ਰਾਜਨੀਤਿਕ ਵਿਚਾਰਧਾਰਾ ਦੀ ਚੋਣ ਵਿੱਚ ਕਿਵੇਂ ਸਹਾਈ ਹੁੰਦਾ ਹੈ। ਰਾਜਨੀਤਿਕ ਵਿਚਾਰਧਾਰਾ ਦੀ ਚੋਣ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਕਿਸ ਰਾਜਨੀਤਿਕ ਪਾਰਟੀ ਨੂੰ ਵੋਟ ਪਾਣੀ ਹੈ। ਤੁਸੀਂ ਕਿਵੇਂ ਸਮਝੋਗੇ ਕਿ ਮੈਂ ਕਾਂਗਰਸ ਨੂੰ ਵੋਟ ਪਾਣੀ ਹੈ, ਮੈਂ ਭਾਜਪਾ ਨੂੰ ਵੋਟ ਪਾਣੀ ਹੈ, ਮੈਂ ਆਪ ਪਾਰਟੀ ਨੂੰ ਵੋਟ ਪਾਣੀ। ਕਿੱਥੋਂ ਪਤਾ ਲੱਗਦਾ ਹੈ? ਜਦੋਂ ਤੁਸੀਂ ਉਹਨਾਂ ਦੀਆਂ ਵਿਚਾਰਧਾਰਾ ਨੂੰ ਸੁਣਦੇ ਹੋ, ਉਹਨਾਂ ਦੇ ਵਿਚਾਰਾਂ ਨੂੰ ਸੁਣਦੇ ਹੋ, ਉਹਨਾਂ ਨੂੰ ਕੰਮਾਂ ਨੂੰ ਸੁਣਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਕਿ ਇਹ ਸਰਕਾਰ, ਇਹ ਪਾਰਟੀ ਜ਼ਿਆਦਾ ਵਧੀਆ ਕੰਮ ਕਰ ਰਹੀ, ਮੈਂ ਇਸ ਨੂੰ ਵੋਟ ਪਾਣੀ ਹੈ। ਇਸ ਕਰਕੇ ਰਾਜਨੀਤਿਕ ਵਿਚਾਰਧਾਰਾ ਜਿਹੜੀ ਹੈਗੀ ਹੈ ਉਹ ਤੁਹਾਨੂੰ ਸਰਕਾਰ ਚੁਣਨ ਵਿੱਚ ਸਹਾਇਤਾ ਕਰਦੀ ਹੈ। ਨੈਕਸਟ ਆ ਗਿਆ ਜੀ ਬੇਟੇ, ਰਾਜਨੀਤਿਕ ਸ਼ਬਦ ਦਾ ਅਰਥ ਮੈਂ ਤੁਹਾਨੂੰ ਦੱਸਦਾ। ਇਹਨੂੰ ਅੰਗਰੇਜ਼ੀ ਵਿੱਚ ਪੋਲੀਟੀਕਲ ਸਾਇੰਸ ਕਹਿੰਦੇ। ਇਸ ਦਾ ਜਨਮ ਯੂਨਾਨੀ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਹੋਇਆ ਸੀ, ਜਿਸ ਦਾ ਅਰਥ ਸੀ ਨਗਰ ਰਾਜ, ਯਾਨੀ ਕਿ ਛੋਟੇ ਛੋਟੇ ਨਗਰਾਂ ਦੀ ਜਾਣਕਾਰੀ ਪ੍ਰਾਪਤ ਕਰਨ ਨੂੰ ਰਾਜਨੀਤਿਕ ਸ਼ਾਸਤਰ ਕਿਹਾ ਜਾਂਦਾ ਸੀ। ਅੱਜ ਕੱਲ੍ਹ ਰਾਜਨੀਤਿਕ ਸ਼ਾਸਤਰ ਦਾ ਕੀ ਅਰਥ ਹੈ? ਅੱਜ ਕੱਲ੍ਹ ਰਾਜਨੀਤਿਕ ਸ਼ਾਸਤਰ ਦਾ ਅਰਥ ਬਹੁਤ ਵੱਧ ਗਿਆ। ਅੱਜ ਕੱਲ੍ਹ ਰਾਜਨੀਤਿਕ ਸ਼ਾਸਤਰ ਵਿੱਚ ਕਾਰਜਪਾਲਿਕਾ, ਵਿਧਾਨ ਪਾਲਿਕਾ ਤੇ ਨਿਆਂਪਾਲਿਕਾ ਸਾਰਾ ਕੁਝ ਆਉਂਦਾ। ਕਿਸੇ ਵੀ ਦੇਸ਼ ਦੀ ਸਾਰੀ ਸਰਕਾਰ ਦੇ ਸਾਰੇ ਕੰਮਾਂ, ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਨੂੰ ਰਾਜਨੀਤਿਕ ਸ਼ਾਸਤਰ ਕਿਹਾ ਜਾਂਦਾ ਹੈ। ਰਾਜਨੀਤਿਕ ਸ਼ਾਸਤਰ ਦੇ ਵਿੱਚ 4 ਖੇਤਰ ਦੱਸੋ। ਖੇਤਰ ਦਾ ਕੀ ਮਤਲਬ ਹੁੰਦਾ ਹੈ ਕਿ ਰਾਜਨੀਤਿਕ ਸ਼ਾਸਤਰ ਵਿੱਚ ਅਸੀਂ ਕੀ ਪੜ੍ਹਦੇ ਹਾਂ, ਕੀ ਤੁਹਾਡਾ ਸਿਲੇਬਸ ਹੋਏਗਾ। ਰਾਜਨੀਤਿਕ ਸ਼ਾਸਤਰ ਵਿੱਚ ਅਸੀਂ ਸਭ ਤੋਂ ਪਹਿਲੇ ਰਾਜ ਬਾਰੇ ਪੜ੍ਹਦੇ ਹਾਂ। ਰਾਜ ਦਾ ਮਤਲਬ ਹੈ ਪੁੱਤਰ, ਇੱਥੇ ਰਾਜ ਵਰਡ ਸਾਰੀ ਪੋਲੀਟੀਕਲ ਸਾਇੰਸ ਵਿੱਚ ਆਏਗਾ। ਰਾਜ ਨੂੰ ਤੁਸੀਂ ਇੱਕ ਵਾਰੀ ਅੱਜ ਸਮਝ ਲਓ, ਰਾਜ ਦਾ ਮਤਲਬ ਹੈ ਦੇਸ਼। ਕਿ ਰਾਜਨੀਤਿਕ ਸ਼ਾਸਤਰ ਦਾ ਕੰਮ ਜਿਹੜਾ ਹੁੰਦਾ ਕਿਸੇ ਦੇਸ਼ ਨੂੰ ਅਤੇ ਉਸ ਦੇਸ਼ ਦੀ ਸਰਕਾਰ ਬਾਰੇ ਜਾਣਕਾਰੀ ਕਰਨਾ। ਭਾਰਤ ਬਾਰੇ ਭਾਰਤ ਸਰਕਾਰ ਬਾਰੇ, ਪਾਕਿਸਤਾਨ ਬਾਰੇ ਪਾਕਿਸਤਾਨ ਦੀ ਸਰਕਾਰ ਬਾਰੇ, ਅਮਰੀਕਾ ਬਾਰੇ ਅਮਰੀਕਾ ਦੀ ਸਰਕਾਰ ਬਾਰੇ। ਨੰਬਰ 2 ਹੈ ਅੰਤਰਰਾਸ਼ਟਰੀ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਬਾਰੇ। ਅੰਤਰਰਾਸ਼ਟਰੀ ਸਮੱਸਿਆਵਾਂ ਦਾ ਮਤਲਬ ਹੁੰਦਾ ਹੈ ਦੂਸਰੇ ਦੇਸ਼ ਦੀਆਂ ਸਮੱਸਿਆਵਾਂ। ਅੰਤਰਰਾਸ਼ਟਰੀ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਾ। ਅੰਤਰਰਾਸ਼ਟਰੀ ਸਮੱਸਿਆ ਹੁੰਦੀ ਹੈ ਇੱਕ ਦੇਸ਼ ਦੀ ਦੂਜੇ ਦੇਸ਼ ਨਾਲ ਸਮੱਸਿਆ, ਜਿਵੇਂ ਆਪਣੀ ਚੀਨ ਨਾਲ ਸਮੱਸਿਆ, ਆਪਣਾ ਪਾਕਿਸਤਾਨ ਨਾਲ ਸਮੱਸਿਆ, ਬੰਗਲਾਦੇਸ਼ ਦੀ ਕਿਸੇ ਦੂਜੇ ਦੇਸ਼ ਨਾਲ ਸਮੱਸਿਆ। ਉਹਨਾਂ ਸਾਰੀਆਂ ਸਮੱਸਿਆਵਾਂ ਬਾਰੇ ਸਾਨੂੰ ਇਹਦੇ ਵਿੱਚੋਂ ਜਾਣਕਾਰੀ ਮਿਲਦੀ ਹੈ। ਰਾਜਨੀਤਿਕ ਸ਼ਾਸਤਰ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿੰਨੇ ਵੀ ਸਾਡੇ ਵਿਚਾਰਧਾਰਾਵਾਂ, ਜਿੰਨੇ ਸਾਡੇ ਮਤਭੇਦ ਵਿਵਾਦ, ਜਿੰਨੇ ਵੀ ਸਾਡੇ ਦੇਸ਼ ਦੇ ਵਿੱਚ ਕੋਈ ਲੜਾਈ ਝਗੜਾ, ਕੋਈ ਸਮੱਸਿਆਵਾਂ ਹੁੰਦੀਆਂ ਹਨ, ਜਿਵੇਂ ਆ ਕਰੋਨਾ ਫੈਲ ਗਿਆ, ਕੋਈ ਚੀਜ਼ ਫੈਲ ਗਈ, ਇਹਨਾਂ ਬਾਰੇ ਵੀ ਜਿੰਨੀ ਵੀ ਗੱਲ ਹੁੰਦੀ ਹੈ ਉਹ ਸਾਨੂੰ ਆਪਣੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੀ ਹੈ। ਜਿਵੇਂ ਆਪਾਂ ਲੋਕਡਾਊਨ ਲਗਾ ਦਿੱਤਾ ਹੈਗਾ ਹੈ ਨਾ, ਆਪਾਂ ਬੰਦ ਕਰ ਦਿੱਤਾ, ਇਹ ਸਾਰਾ ਕੀ ਹੈ, ਸਰਕਾਰੀ ਹੁਕਮ ਹੁੰਦੇ ਆ। ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਹੁੰਦੀਆਂ ਰਾਜਨੀਤਿਕ ਸ਼ਾਸਤਰ ਦਾ ਹਿੱਸਾ ਹੁੰਦੀਆਂ ਹਨ। ਉਸ ਤੋਂ ਬਾਅਦ ਰਾਜਨੀਤਿਕ ਸ਼ਾਸਤਰ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਦਾ ਅਧਿਐਨ ਕੀਤਾ ਜਾਂਦਾ ਕਿ ਗਾਂਧੀਵਾਦ ਕੀ ਸੀ, ਗਾਂਧੀ ਦੇ ਕੀ ਵਿਚਾਰ ਸੀ, ਉਦਾਰਵਾਦ ਦੇ ਕੀ ਵਿਚਾਰ ਸੀ, ਮਾਰਕਸ ਦੇ ਕੀ ਵਿਚਾਰ ਸੀ, ਇਹਨਾਂ ਬਾਰੇ ਵੀ ਸਾਨੂੰ ਇਸ ਰਾਜਨੀਤਿਕ ਸ਼ਾਸਤਰ ਵਿੱਚ ਪਤਾ ਲੱਗਦਾ ਹੈ। ਇਹ ਹੈਗਾ 4 ਨੰਬਰ ਪੁਆਇੰਟ। 5 ਨੰਬਰ ਪੁਆਇੰਟ ਹੈ ਕਿ ਰਾਜਨੀਤਿਕ ਸ਼ਾਸਤਰ ਵਿੱਚ ਅੰਤਰਰਾਸ਼ਟਰੀ ਸੰਸਥਾਵਾਂ ਬਾਰੇ ਜਾਣਕਾਰੀ ਮਿਲਦੀ ਹੈ ਕਿ UNO ਕੌਣ ਹੈ, ਸਾਰਕ ਕੀ ਸੀਗਾ, ਦੂਜੀਆਂ ਵੱਡੀਆਂ ਸੰਸਥਾਵਾਂ ਜਿਹੜੀਆਂ ਕਿ ਵੱਖ-ਵੱਖ ਦੇਸ਼ਾਂ ਦੇ ਭਲੇ ਵਾਸਤੇ ਕੰਮ ਕਰਦੀਆਂ, ਉਹਨਾਂ ਬਾਰੇ ਵੀ ਸਾਨੂੰ ਪਤਾ ਲੱਗਦਾ ਹੈ। ਇਹ 5 ਗੱਲਾਂ ਹੈਗੀਆਂ। ਇੱਕ ਰਾਜ ਬਾਰੇ ਪਤਾ ਲੱਗਦਾ ਹੈ, ਸਰਕਾਰ ਬਾਰੇ ਪਤਾ ਲੱਗਦਾ ਹੈ, ਜਿੰਨੇ ਵੀ ਸਾਡੇ ਦੇਸ਼ ਦੇ ਵਿੱਚ ਅੰਤਰਰਾਸ਼ਟਰੀ ਸਮੱਸਿਆਵਾਂ ਹੈ ਉਹਨਾਂ ਬਾਰੇ ਪਤਾ ਲੱਗਦਾ ਹੈ, ਕੋਈ ਸਾਡੇ ਦੇਸ਼ ਵਿੱਚ ਮਤਭੇਦ ਹੈਗੇ, ਕੋਈ ਵਿਵਾਦ ਹੈ, ਉਹਨਾਂ ਬਾਰੇ ਪਤਾ ਲੱਗਦਾ ਹੈ, ਅੰਤਰਰਾਸ਼ਟਰੀ ਸੰਗਠਨਾਂ ਬਾਰੇ ਪਤਾ ਲੱਗਦਾ ਹੈ, ਔਰ ਉਸ ਤੋਂ ਬਾਅਦ ਜਿਹੜਾ ਹੈ ਵੱਖ-ਵੱਖ ਵਿਚਾਰਧਾਰਾਵਾਂ ਬਾਰੇ ਵੀ ਸਾਨੂੰ ਰਾਜਨੀਤਿਕ ਸ਼ਾਸਤਰ 'ਚ ਪਤਾ ਲੱਗਦਾ ਹੈ। ਇਹ ਇਸ ਦਾ ਖੇਤਰ ਹੈ। ਲਾਸਟ ਕੁਐਸਚਨ ਹੈ 4 ਨੰਬਰ ਪੇਜ ਤੇ ਤੁਹਾਨੂੰ ਦਿੱਤਾ ਗਿਆ ਹੋਇਆ ਹੈ ਕਿ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਰਾਜਨੀਤਿਕ ਸ਼ਾਸਤਰ ਪੜ੍ਹਨ ਦੇ ਨਾਲ ਸਾਨੂੰ ਕੀ ਲਾਭ ਹੁੰਦੇ ਆ। 6 ਨੰਬਰ ਦਾ ਪੁੱਤਰ ਇਹ ਕੁਐਸਚਨ ਆਏਗਾ। ਰਾਜਨੀਤਿਕ ਸ਼ਾਸਤਰ ਦੇ ਪੜ੍ਹਨ ਨਾਲ ਸਾਨੂੰ ਦੇਸ਼ ਦੀਆਂ ਭਿੰਨ ਸਮੱਸਿਆਵਾਂ ਬਾਰੇ ਪਤਾ ਲੱਗਦਾ ਹੈ। ਸਭ ਤੋਂ ਵੱਡੀ ਸਮੱਸਿਆ ਆਪਣੇ ਦੇਸ਼ ਵਿੱਚ ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ ਹੈ, ਅੱਜ ਕੱਲ੍ਹ ਭ੍ਰਿਸ਼ਟਾਚਾਰ ਹੋ ਗਿਆ ਹੈ, ਠੀਕ ਹੈ ਨਾ, ਕਰੋਨਾ ਫੈਲ ਗਿਆ ਹੋਇਆ ਹੈ। ਇਹ ਸਾਰੀਆਂ ਸਮੱਸਿਆਵਾਂ ਦੇ ਬਾਰੇ 'ਚ ਸਾਨੂੰ ਜਾਣਕਾਰੀ ਮਿਲਦੀ ਹੈ ਔਰ ਉਹਦੇ ਨਾਲ ਸਾਨੂੰ ਉਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਹੱਲ ਵੀ ਰਾਜਨੀਤਿਕ ਸ਼ਾਸਤਰ ਵਿੱਚੋਂ ਪਤਾ ਲੱਗਦੇ ਹਨ। ਦੂਸਰਾ ਹੈ ਕਿ ਰਾਜਨੀਤਿਕ ਸ਼ਾਸਤਰ ਸਾਨੂੰ ਚੰਗਾ ਨਾਗਰਿਕ ਬਣਾਉਂਦਾ ਹੈ, ਕਿਉਂਕਿ ਸਾਨੂੰ ਰਾਜਨੀਤਿਕ ਸ਼ਾਸਤਰ ਵਿੱਚ ਆਪਣੇ ਅਧਿਕਾਰਾਂ ਅਤੇ ਆਪਣੇ ਕਰਤੱਵਿਆਂ ਬਾਰੇ ਪਤਾ ਲੱਗਦਾ ਹੈ ਕਿ ਚੰਗਾ ਨਾਗਰਿਕ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਨੰਬਰ 3 ਹੈ ਰਾਜਨੀਤਿਕ ਨਾਲ ਸਾਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਿਆਂ ਬਾਰੇ ਗਿਆਨ ਹੁੰਦਾ ਕਿ ਅਸੀਂ ਕੀ ਚੀਜ਼ਾਂ ਸਾਨੂੰ ਆਪਣੇ ਦੇਸ਼ ਵਿੱਚੋਂ ਮਿਲ ਸਕਦੀਆਂ ਤੇ ਕੀ ਚੀਜ਼ਾਂ ਨਾਲ ਅਸੀਂ ਆਪਣੇ ਦੇਸ਼ ਨੂੰ ਮਜ਼ਬੂਤ ਕਰ ਸਕਦੇ ਹਾਂ। ਔਰ ਉਸ ਤੋਂ ਬਾਅਦ ਰਾਜਨੀਤਿਕ ਸ਼ਾਸਤਰ ਦੇ ਨਾਲ ਵੱਖ-ਵੱਖ ਦੇਸ਼ਾਂ ਵਿੱਚ ਪਾਈਆਂ ਜਾਣ ਵਾਲੀਆਂ ਰਾਜਨੀਤਿਕ ਪ੍ਰਣਾਲੀਆਂ ਬਾਰੇ ਜਾਣਕਾਰੀ ਮਿਲਦੀ ਹੈ। ਆਪਾਂ ਅੱਜ ਰਾਜਨੀਤਿਕ ਸ਼ਾਸਤਰ ਪੜਾਂਗੇ ਤੇ ਉਹਦੇ ਨਾਲ ਆਪਾਂ ਨੂੰ ਆਪਣਾ ਭਾਰਤ ਦਾ ਤਾਂ ਪਤਾ ਹੀ ਹੈ ਕਿ ਭਾਰਤ ਵਿੱਚ ਕਿਵੇਂ ਸਰਕਾਰ ਚੱਲਦੀ ਹੈ। ਆਪਾਂ ਨੂੰ ਇਹ ਵੀ ਪਤਾ ਲੱਗੇਗਾ ਕਿ ਪਾਕਿਸਤਾਨ ਵਿੱਚ ਕਿਵੇਂ ਕੰਮ ਹੁੰਦਾ ਹੈ, ਚੀਨ ਵਿੱਚ ਕਿਵੇਂ ਸਰਕਾਰ ਕੰਮ ਕਰਦੀ ਹੈ, ਅਮਰੀਕਾ ਵਿੱਚ ਕਿਵੇਂ ਹੁੰਦਾ ਹੈ, ਇੰਗਲੈਂਡ ਵਿੱਚ ਕਿਵੇਂ ਕੰਮ ਚੱਲਦਾ ਹੈ, ਕਿਵੇਂ ਉਹਨਾਂ ਦੀਆਂ ਸਰਕਾਰਾਂ ਉੱਥੇ ਕੰਮ ਕਰਦੀਆਂ। ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਜਿਹੜਾ ਹੈ ਰਾਜਨੀਤਿਕ ਸ਼ਾਸਤਰ ਪੜ੍ਹਨ ਨਾਲ ਹੁੰਦਾ ਹੈ ਔਰ ਇਹ ਸਾਰੇ ਸਾਨੂੰ ਲਾਭ ਹੁੰਦੇ ਹੈ ਕਿ ਸਾਨੂੰ ਆਪਣੇ ਦੇਸ਼ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਮਿਲਦੀ ਹੈ, ਉਹਨਾਂ ਦਾ ਹੱਲ ਮਿਲਦਾ ਹੈ। ਚੰਗਾ ਨਾਗਰਿਕ ਬਣਨ ਲਈ ਕੀ ਕਰਨਾ ਚਾਹੀਦਾ ਹੈ, ਸਾਨੂੰ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ, ਦੇਸ਼ ਸੇਵਾ ਕਰਨੀ ਚਾਹੀਦੀ ਹੈ, ਆਪਣੇ ਆਸ ਪੜੋਸ ਜਿਹੜਾ ਹੈ ਸਾਫ਼ ਸਫਾਈ ਰੱਖਣੀ ਚਾਹੀਦੀ ਹੈ, ਫਿਰ ਹੈ ਸਾਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਿਆਂ ਬਾਰੇ ਜਾਣਕਾਰੀ ਮਿਲਦੀ ਹੈ। ਔਰ ਚੌਥਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ, ਸਾਨੂੰ ਵੱਖ-ਵੱਖ ਦੇਸ਼ਾਂ ਦੀ ਸਮੱਸਿਆਵਾਂ ਦੀਆਂ ਰਾਜਨੀਤਿਕ ਪ੍ਰਣਾਲੀਆਂ ਬਾਰੇ ਜਾਣਕਾਰੀ ਮਿਲਦੀ ਹੈ।
ਤਾਂ ਬੇਟਾ ਇਹ ਤੁਹਾਡਾ ਲੈਸਨ ਨੰਬਰ 1 ਸੀ ਜਿਹੜਾ ਕਿ ਮੈਂ ਤੁਹਾਨੂੰ ਤੁਹਾਡੇ ਗਰੁੱਪ ਵਿੱਚ ਪਾਇਆ ਹੋਇਆ ਹੈ। ਹੁਣ ਤੁਸੀਂ ਉਹ ਚੀਜ਼ਾਂ ਨੂੰ ਪੜ੍ਹੋਗੇ ਨਾ ਕੁਐਸਚਨ ਨੂੰ, ਹੁਣ ਤੁਹਾਨੂੰ ਸਮਝ ਆਏਗਾ। ਇਸ ਤੋਂ ਇਲਾਵਾ ਵੀ ਜੇ ਕੋਈ ਕੁਐਸਚਨ ਤੁਹਾਨੂੰ ਨਹੀਂ ਸਮਝ ਆਉਂਦਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਹੁਣ ਇਹ ਸਾਰੇ ਕੁਐਸਚਨ ਪੋਲੀਟੀਕਲ ਸਾਇੰਸ ਦਾ ਇੱਕ ਵਧੀਆ ਜਿਹਾ 60-70 ਰੁਪਏ ਦਾ ਮੋਟਾ ਰਜਿਸਟਰ ਲਗਾਉਣਾ ਹੈ। ਉਹਦੇ ਵਿੱਚ ਸਭ ਨੇ, ਕੁੜੀਆਂ ਮੁੰਡਿਆਂ ਨੇ, ਸਭ ਨੇ ਇਹ ਕੰਮ ਨਾਲ ਦੀ ਨਾਲ ਹੀ ਕਰਨਾ ਹੈ। ਹੁਣ ਸੈਕਿੰਡ ਲੈਸਨ ਦਾ ਕੰਮ ਮੈਂ ਤੁਹਾਨੂੰ ਭੇਜਾਂਗੀ, तो उनकी वीडियो भी भेजांगी। ये सब ने बेटा पढ़नी है, सुननी है और मैनू रिस्पॉन्स भेजना है कि मैडम सानू समझ आ गया है। थैंक यू। ओके।